ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈ ਰਵਨੀਤ। ਆਪਾਂ ਪਿਛਲੇ ਐਪੀਸੋਡਸ 'ਚ ਲਿਸਨਿੰਗ ਤੇ ਰੀਡਿੰਗ ਮੋਡਿਊਲਸ ਬਾਰੇ ਗੱਲ ਕੀਤੀ ਸੀ। ਅੱਜ ਆਪਾਂ ਗੱਲ ਕਰਾਂਗੇ ਰਾਈਟਿੰਗ ਮੋਡਿਊਲ ਬਾਰੇ। ਰਾਈਟਿੰਗ ਮੋਡਿਊਲ ਇੱਕ ਇਹੋ ਜਿਹਾ ਮੋਡਿਊਲ ਹੈ ਜਿਹਦੇ ਵਿੱਚ ਤੁਸੀਂ ਲਿਖ ਕੇ ਆਪਣੀ ਨੌਲੇਜ ਸ਼ੇਅਰ ਕਰਦੇ ਹੋ ਤਾਂ ਕਿ ਜਦੋਂ ਤੁਸੀਂ ਬਾਹਰ ਕੋਈ ਵੀ ਦੇਸ਼ 'ਚ ਪੜ੍ਹਨ ਜਾਂਦੇ ਹੋ ਤਾਂ ਉਹਨਾਂ ਨੂੰ ਇਹ ਸਮਝ ਆ ਜਾਂਦਾ ਹੈ ਕਿ ਤੁਸੀਂ ਕਿੰਨੇ ਵਧੀਆ ਤਰੀਕੇ ਆਪਣੇ ਥਾਟਸ ਆਪਣਾ ਜੋ ਵੀ ਤੁਸੀਂ ਸੋਚਦੇ ਹੋ ਉਹਨਾਂ ਤੱਕ ਪਹੁੰਚਾ ਸਕਦੇ ਹੋ, ਜਿਸ ਕਰਕੇ ਰਾਈਟਿੰਗ ਮੋਡਿਊਲ ਦਾ ਟੈਸਟ ਲਿੱਤਾ ਜਾਂਦਾ ਹੈ। ਆਪਾਂ ਆਪਣੇ ਇੰਟਰੋਡਕਸ਼ਨ ਵੀਡੀਓ 'ਚ ਵੀ ਰਾਈਟਿੰਗ ਮੋਡਿਊਲ ਬਾਰੇ ਥੋੜੀ ਜਿਹੀ ਗੱਲ ਕੀਤੀ ਸੀ ਤੇ ਅੱਜ ਆਪਾਂ ਇਹਨੂੰ ਡਿਟੇਲ 'ਚ ਡਿਸਕਸ ਕਰਾਂਗੇ। ਰਾਈਟਿੰਗ ਮੋਡਿਊਲ 'ਚ ਦੋ ਟਾਸਕ ਹੁੰਦੇ ਨੇ, ਟਾਸਕ 1 ਤੇ ਟਾਸਕ 2। ਟਾਸਕ 1 ਵਿੱਚ ਤੁਹਾਨੂੰ 20 ਮਿੰਟ ਦਾ ਟਾਈਮ ਦਿੱਤਾ ਜਾਂਦਾ ਹੈ। ਆਪਾਂ ਆਪਣੀ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਟਾਸਕ 1 ਬਾਰੇ, ਜਿਹਦੇ ਵਿੱਚ ਤੁਹਾਨੂੰ ਕੋਈ ਟੇਬਲ ਜਾਂ ਕੋਈ ਗ੍ਰਾਫ, ਕੋਈ ਬਾਰ ਚਾਰਟ, ਕੋਈ ਪਾਈ ਚਾਰਟ ਤੁਹਾਨੂੰ ਦਿੱਤਾ ਜਾਂਦਾ ਹੈ ਤੇ ਉਹਦੇ ਰਾਹੀਂ ਤੁਸੀਂ ਉਹਦੀ ਇਨਫੋਰਮੇਸ਼ਨ ਆਪਣੇ ਵਰਡਸ 'ਚ ਲਿਖਣੀ ਹੁੰਦੀ ਹੈ। ਉਸੇ ਤਰੀਕੇ ਇੱਕ ਟਾਸਕ 2 ਹੁੰਦਾ ਹੈ ਜਿਹਦੇ 'ਚ ਤੁਸੀਂ ਐਸੇ ਲਿਖਣਾ ਹੁੰਦਾ ਹੈ। ਟਾਸਕ 2 ਕਰਨ ਲਈ ਤੁਹਾਨੂੰ 40 ਮਿੰਟ ਦਾ ਟਾਈਮ ਦਿੱਤਾ ਜਾਂਦਾ ਹੈ। ਟਾਸਕ 2 ਦੇ ਵਿੱਚ ਜਿਹੜੇ ਕੁਐਸਚਨ ਹੁੰਦਾ ਹੈ ਉਹ 5 ਤਰੀਕੇ ਦਾ ਹੋ ਸਕਦਾ ਹੈ। ਉਹਨਾਂ ਵਿੱਚੋਂ ਕੋਈ ਇੱਕ ਟਾਈਪ ਦਾ ਕੁਐਸਚਨ ਆਂਦਾ ਹੈ ਜਿਹਦਾ ਤੁਹਾਨੂੰ ਐਸੇ ਲਿਖਣਾ ਹੁੰਦਾ ਹੈ। ਇਹ 5 ਕਿਹੜੇ ਟਾਈਪਸ ਹੁੰਦੇ ਨੇ ਉਹ ਆਪਾਂ ਅੱਜ ਡਿਸਕਸ ਕਰਾਂਗੇ। ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਟਾਈਪ ਹੁੰਦਾ ਹੈ ਉਹ ਹੁੰਦਾ ਹੈ ਓਪੀਨੀਅਨ। ਓਪੀਨੀਅਨ ਐਸੇ ਦਾ ਮਤਲਬ ਹੈ ਤੁਹਾਨੂੰ ਕੋਈ ਕੁਐਸਚਨ ਦਿੱਤਾ ਹੋਏਗਾ ਤੇ ਉਹਦੇ ਵਿੱਚ ਤੁਹਾਨੂੰ ਆਪਣਾ ਓਪੀਨੀਅਨ ਯਾਨੀ ਕਿ ਤੁਹਾਨੂੰ ਆਪਣਾ ਸੁਝਾਅ ਦੱਸਣਾ ਹੈ ਕਿ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ। ਆਪਾਂ ਇੱਕ ਐਗਜ਼ਾਮਪਲ ਡਿਸਕਸ ਕਰ ਲੈਂਦੇ ਹਾਂ। ਜਿਵੇਂ ਕਿ ਇੱਕ ਕੁਐਸਚਨ ਹੈ, ਅ ਬਿਗ ਸੈਲਰੀ ਇਜ਼ ਮਚ ਮੋਰ ਇੰਪੋਰਟੈਂਟ ਦੈਨ ਜੌਬ ਸੈਟਿਸਫੈਕਸ਼ਨ, ਡੂ ਯੂ ਐਗਰੀ ਔਰ ਡਿਸਐਗਰੀ। ਜਦੋਂ ਵੀ ਤੁਸੀਂ ਪੇਪਰ 'ਚ ਇੱਦਾਂ ਦਾ ਕੁਐਸਚਨ ਦੇਖੋ ਜਿਹਦੇ 'ਚ ਤੁਹਾਨੂੰ ਪੁੱਛਿਆ ਜਾਏ ਅ ਬਿਗ ਸੈਲਰੀ ਇਜ਼ ਮਚ ਮੋਰ ਇੰਪੋਰਟੈਂਟ ਦੈਨ ਜੌਬ ਸੈਟਿਸਫੈਕਸ਼ਨ, ਡੂ ਯੂ ਐਗਰੀ ਔਰ ਡਿਸਐਗਰੀ, ਇਹਦੇ ਵਿੱਚ ਤੁਸੀਂ ਆਪਣਾ ਸੁਝਾਅ ਦੇਣਾ ਹੈ ਕਿ ਤੁਹਾਨੂੰ ਦੋਨਾਂ ਵਿੱਚੋਂ ਕੀ ਜ਼ਿਆਦਾ ਜ਼ਰੂਰੀ ਹੈ। ਇਹ ਕਿ ਤੁਹਾਨੂੰ ਜ਼ਿਆਦਾ ਪੈਸੇ ਮਿਲਣ ਕੰਮ ਕਰਨ ਦੇ ਭਾਵੇਂ ਤੁਸੀਂ ਉਹ ਕੰਮ ਕਰਕੇ ਖੁਸ਼ ਨਹੀਂ ਹੋ, ਜਾਂ ਫਿਰ ਤੁਹਾਨੂੰ ਪੈਸੇ ਭਾਵੇਂ ਘੱਟ ਮਿਲਣ ਪਰ ਤੁਹਾਨੂੰ ਜੌਬ ਸੈਟਿਸਫੈਕਸ਼ਨ ਹੋਏ, ਮਤਲਬ ਤੁਸੀਂ ਉਹ ਕੰਮ ਕਰਕੇ ਬਹੁਤ ਖੁਸ਼ ਹੋ। ਤੇ ਇਸ ਲਈ ਇਹਦੇ 'ਚ ਤੁਸੀਂ ਆਪਣਾ ਓਪੀਨੀਅਨ ਦੇਣਾ ਹੈ। ਜਦੋਂ ਵੀ ਅਸੀਂ ਟਾਸਕ 2 ਦਾ ਕੁਐਸਚਨ ਅਟੈਂਪਟ ਕਰਦੇ ਹਾਂ ਇਹਦੇ ਵਿੱਚ ਤੁਸੀਂ ਘੱਟੋ ਘੱਟ 4 ਪੈਰਾਗ੍ਰਾਫਸ ਬਣਾਉਂਦੇ ਹੋ, ਜਿਹਦੇ ਵਿੱਚ ਸਭ ਤੋਂ ਪਹਿਲਾ ਪੈਰਾਗ੍ਰਾਫ ਹੁੰਦਾ ਹੈ ਇੰਟਰੋਡਕਸ਼ਨ ਦਾ। ਇੰਟਰੋਡਕਸ਼ਨ ਦੇ ਵਿੱਚ ਤੁਸੀਂ ਜੋ ਤੁਹਾਨੂੰ ਕੁਐਸਚਨ ਦਿੱਤਾ ਗਿਆ ਹੈ, ਜਿਵੇਂ ਕਿ ਅਸੀਂ ਇਹੀ ਐਗਜ਼ਾਮਪਲ ਜੇ ਲੈ ਲਈਏ, ਉਹਨੂੰ ਤੁਸੀਂ ਆਪਣੀ ਵਰਡਸ 'ਚ ਉਹਨੂੰ ਲਿਖਣਾ ਹੈ ਦੁਬਾਰਾ। ਉਸ ਤੋਂ ਬਾਅਦ ਪੈਰਾਗ੍ਰਾਫ 1 ਤੇ ਪੈਰਾਗ੍ਰਾਫ 2, ਉਸ ਤੋਂ ਬਾਅਦ ਬੋਡੀ ਪਾਰਟ 1 ਤੇ ਬੋਡੀ ਪਾਰਟ 2 'ਚ ਤੁਸੀਂ ਉਸ ਬਾਰੇ ਜੋ ਜਾਣਕਾਰੀ ਤੁਹਾਨੂੰ ਹੈ ਉਸ ਬਾਰੇ ਲਿਖਦੇ ਹੋ। ਹੁਣ ਜਿਵੇਂ ਕਿ ਤੁਹਾਨੂੰ ਕੋਈ ਐਗਰੀ ਜਾਂ ਡਿਸਐਗਰੀ ਦਾ ਕੁਐਸਚਨ ਆਂਦਾ ਹੈ, ਉਹਦੇ ਵਿੱਚ ਤੁਸੀਂ ਜੋ ਵੀ ਚੂਜ਼ ਕਰਦੇ ਹੋ ਕਿ ਤੁਹਾਨੂੰ ਕੀ ਚੀਜ਼ ਜ਼ਿਆਦਾ ਪਸੰਦ ਹੈ ਉਸ ਬਾਰੇ ਤੁਸੀਂ ਬੋਡੀ ਪਾਰਟ 1 ਤੇ ਬੋਡੀ ਪਾਰਟ 2 'ਚ ਇਨਫੋਰਮੇਸ਼ਨ ਲਿਖਦੇ ਹੋ। ਜਿਵੇਂ ਕਿ ਜੇ ਤੁਹਾਨੂੰ ਜੌਬ ਸੈਟਿਸਫੈਕਸ਼ਨ ਜ਼ਿਆਦਾ ਜ਼ਰੂਰੀ ਹੈ ਉਹਦੇ ਬਾਰੇ ਤੁਸੀਂ ਲਿਖੋਗੇ ਤੇ ਉਹਦੇ ਬਾਰੇ ਤੁਸੀਂ ਲਿਖਣ ਲਈ ਤੁਸੀਂ ਨਾਲ ਉਹਦੇ ਐਗਜ਼ਾਮਪਲਸ ਵੀ ਦੋਗੇ ਕਿ ਕਿਉਂ ਤੁਹਾਨੂੰ ਜੌਬ ਸੈਟਿਸਫੈਕਸ਼ਨ ਜ਼ਿਆਦਾ ਜ਼ਰੂਰੀ ਹੈ ਪੈਸਿਆਂ ਨਾਲੋਂ, ਤੇ ਜੇ ਤੁਹਾਨੂੰ ਪੈਸੇ ਜ਼ਿਆਦਾ ਜ਼ਰੂਰੀ ਨੇ ਤੇ ਉਹਦੇ ਬਾਰੇ ਤੁਸੀਂ ਲਿਖੋਗੇ। ਬੋਡੀ ਪਾਰਟ 1 ਤੇ ਬੋਡੀ ਪਾਰਟ 2 'ਚ ਤੁਸੀਂ ਆਪਣਾ ਆਨਸਰ, ਜੋ ਵੀ ਤੁਹਾਡਾ ਸੁਝਾਅ ਹੈ, ਜੋ ਵੀ ਤੁਸੀਂ ਸੋਚਦੇ ਹੋ ਉਹਨੂੰ ਐਕਸਪਲੇਨ ਕਰਦੇ ਹੋ। ਉਸ ਤੋਂ ਬਾਅਦ ਹੁੰਦਾ ਹੈ ਕਨਕਲੂਜਨ। ਕਨਕਲੂਜਨ ਵਿੱਚ ਜੋ ਵੀ ਤੁਸੀਂ ਲਿਖਿਆ ਹੈ, ਜੋ ਵੀ ਤੁਸੀਂ ਸੋਚਦੇ ਹੋ ਉਹਦਾ ਤੱਤ ਕੱਢਣਾ ਹੁੰਦਾ ਹੈ। ਐਸੇ ਤਰੀਕੇ ਆਪਾਂ ਟਾਸਕ 2 ਦਾ ਕੁਐਸਚਨ ਅਟੈਂਪਟ ਕਰਦੇ ਹਾਂ। ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਓਪੀਨੀਅਨ ਤੋਂ ਰਿਲੇਟਡ ਕੁਐਸਚਨ ਹੋ ਸਕਦਾ ਹੈ। ਜਦੋਂ ਤੁਹਾਨੂੰ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਦਾ ਕੁਐਸਚਨ ਆਂਦਾ ਹੈ, ਇਹਦੇ ਵਿੱਚ ਤੁਸੀਂ ਦੋਨੋਂ ਪੱਖ ਬਾਰੇ ਲਿਖਣਾ ਹੁੰਦਾ ਹੈ। ਜਿਵੇਂ ਕਿ ਇੰਟਰਨੈਟ ਦੇ ਜੇ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਬਾਰੇ ਤੁਹਾਨੂੰ ਪੁੱਛਿਆ ਗਿਆ ਹੈ, ਉਸੇ ਤਰੀਕੇ ਤੁਸੀਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦਿੰਦੇ ਹੋ ਟੌਪਿਕ ਬਾਰੇ। ਜਿਵੇਂ ਕਿ ਇਹਦੇ ਵਿੱਚ ਤੁਸੀਂ ਇੰਟਰਨੈਟ ਬਾਰੇ ਲਿਖੋਗੇ। ਉਸ ਤੋਂ ਬਾਅਦ ਤੁਸੀਂ ਇੱਕ ਪੈਰਾਗ੍ਰਾਫ ਵਿੱਚ ਇੰਟਰਨੈਟ ਦੇ ਸਾਰੇ ਐਡਵਾਂਟੇਜਸ ਜੋ ਕਿ ਲਾਭ ਨੇ ਉਹ ਲਿਖ ਸਕਦੇ ਹੋ। ਉਸ ਤੋਂ ਅਗਲੇ ਪੈਰਾਗ੍ਰਾਫ ਵਿੱਚ ਤੁਸੀਂ ਉਹਦੀ ਹਾਨੀਆਂ ਲਿਖ ਸਕਦੇ ਹੋ। ਇਹਦਾ ਕੋਈ ਰੂਲ ਨਹੀਂ ਹੈ ਕਿ ਤੁਸੀਂ ਸਿਰਫ ਇੱਕ ਪੈਰਾਗ੍ਰਾਫ ਹੀ ਬਣਾਉਣਾ ਹੈ, ਤੁਸੀਂ ਉਸ ਤੋਂ ਜ਼ਿਆਦਾ ਵੀ ਲਿਖ ਸਕਦੇ ਹੋ, ਲੇਕਿਨ ਮਿਨੀਮਮ ਘੱਟੋ ਘੱਟ ਇੱਕ ਪੈਰਾਗ੍ਰਾਫ ਉਹਦੀ ਐਡਵਾਂਟੇਜਸ ਤੇ ਇੱਕ ਪੈਰਾਗ੍ਰਾਫ ਉਹਦੀ ਡਿਸਐਡਵਾਂਟੇਜਸ ਦਾ ਲਿਖਣਾ ਜ਼ਰੂਰੀ ਹੈ,
ਕਿਉਂਕਿ ਤੁਹਾਨੂੰ ਪ੍ਰਸ਼ਨ ਵਿੱਚ ਹੀ ਪੁੱਛਿਆ ਗਿਆ ਹੈ ਕਿ ਤੁਸੀਂ ਦੋਨਾਂ ਬਾਰੇ ਲਿਖਣਾ ਹੈ ਤੇ ਐਂਡ ਵਿੱਚ ਉਹਦਾ ਫਿਰ ਤੋਂ ਤੁਸੀਂ ਕਨਕਲੂਜਨ ਯਾਨੀ ਕਿ ਉਹਦਾ ਤੱਤ ਕੱਢਦੇ ਹੋ। ਐਸੇ ਤਰੀਕੇ ਤੀਜੇ ਟਾਈਪ ਦਾ ਜਿਹੜਾ ਕੁਐਸਚਨ ਹੁੰਦਾ ਹੈ ਉਹ ਹੁੰਦਾ ਹੈ ਪ੍ਰੋਬਲਮ ਐਂਡ ਸੋਲੂਸ਼ਨ। ਪ੍ਰੋਬਲਮ ਐਂਡ ਸੋਲੂਸ਼ਨ ਵਿੱਚ ਤੁਹਾਨੂੰ ਕੋਈ ਇੱਕ ਪ੍ਰੋਬਲਮ ਦਿੱਤੀ ਜਾਂਦੀ ਹੈ, ਜਿਵੇਂ ਕਿ ਫੋਰ ਐਗਜ਼ਾਮਪਲ ਓਵਰ ਪੋਪੂਲੇਸ਼ਨ, ਤੇ ਇਹਦੇ ਵਿੱਚ ਤੁਹਾਨੂੰ ਨਾਲ ਉਹਦਾ ਸੋਲੂਸ਼ਨ ਵੀ ਮੰਗਿਆ ਜਾਂਦਾ ਹੈ। ਫੋਰ ਐਗਜ਼ਾਮਪਲ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ, ਦ ਪ੍ਰੋਬਲਮ ਆਫ ਓਵਰ ਪੋਪੂਲੇਸ਼ਨ ਇਜ਼ ਇਨਕਰੀਜ਼ਿੰਗ ਡੇ ਬਾਈ ਡੇ, ਵਾਈ ਇਜ਼ ਇਟ ਇਨਕਰੀਜ਼ਿੰਗ ਐਂਡ ਵਾਟ ਆਰ ਦ ਵੇਜ਼ ਟੂ ਕੰਟਰੋਲ ਇਟ। ਹੁਣ ਇਹਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਇਦਾਂ ਦੇ ਕੁਐਸਚਨ ਦੇਖਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਨੂੰ ਇੱਕ ਪ੍ਰੋਬਲਮ ਦੱਸੀ ਗਈ ਹੈ ਕਿ ਕਿਸੇ ਦੇਸ਼ ਦੀ ਜਨਸੰਖਿਆ ਵੱਧਦੀ ਜਾ ਰਹੀ ਹੈ। ਹੁਣ ਇਹ ਪ੍ਰੋਬਲਮ ਹੈ, ਪਹਿਲਾਂ ਆਪਾਂ ਇਹਦੇ ਬਾਰੇ ਲਿਖਾਂਗੇ। ਸਿਮਿਲਰਲੀ ਉਸ ਤੋਂ ਬਾਅਦ ਉਹਦਾ ਸੋਲੂਸ਼ਨ ਕਿ ਇਹਨੂੰ ਕੰਟਰੋਲ ਕਰਨ ਦਾ ਕੀ ਤਰੀਕਾ ਹੈ। ਅਗੇਨ ਇਹਦੇ ਵਿੱਚ ਤੁਸੀਂ ਪਹਿਲਾਂ ਇੰਟਰੋਡਕਸ਼ਨ ਲਿਖੋਗੇ ਓਵਰ ਪੋਪੂਲੇਸ਼ਨ ਬਾਰੇ, ਉਸ ਤੋਂ ਬਾਅਦ ਅਗਲੇ ਪੈਰਾਗ੍ਰਾਫ 'ਚ ਤੁਸੀਂ ਪ੍ਰੋਬਲਮ ਲਿਖੋਗੇ ਕਿ ਕੀ ਪ੍ਰੋਬਲਮ ਹੈ, ਇਹ ਪ੍ਰੋਬਲਮ ਕਿਉਂ ਹੈ, ਇਹ ਪ੍ਰੋਬਲਮ ਕਿੱਦਾਂ ਵੱਧਦੀ ਜਾ ਰਹੀ ਹੈ। ਉਸ ਤੋਂ ਬਾਅਦ ਉਸ ਤੋਂ ਅਗਲੇ ਪੈਰਾਗ੍ਰਾਫ 'ਚ ਤੁਸੀਂ ਇਹਦਾ ਸੋਲੂਸ਼ਨ ਲਿਖੋਗੇ ਕਿ ਕੀ ਤਰੀਕਾ ਹੈ ਕਿ ਇਹਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਜਿੰਨੇ ਐਗਜ਼ਾਮਪਲਸ ਲਿਖ ਸਕਦੇ ਹੋ ਉਨਾ ਵਧੀਆ ਹੈ, ਲੇਕਿਨ ਇੱਕ ਪੈਰਾਗ੍ਰਾਫ ਪ੍ਰੋਬਲਮ ਵਾਸਤੇ ਤੇ ਇੱਕ ਪੈਰਾਗ੍ਰਾਫ ਸੋਲੂਸ਼ਨ ਵਾਸਤੇ ਲਿਖਣਾ ਘੱਟੋ ਘੱਟ ਜ਼ਰੂਰੀ ਹੈ। ਜੇ ਤੁਸੀਂ ਚਾਹੋ ਤੇ ਉਸ ਤੋਂ ਜ਼ਿਆਦਾ ਵੀ ਲਿਖ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਅਗੇਨ ਇਹਦੇ ਵਿੱਚ ਵੀ ਕਨਕਲੂਜਨ ਯਾਨੀ ਕਿ ਉਹਦਾ ਤੱਤ ਕੱਢ ਦਿੰਦੇ ਹੋ ਕਿ ਇਸ ਤਰੀਕੇ ਆਪਾਂ ਇਸ ਪ੍ਰੋਬਲਮ ਦਾ ਹੱਲ ਕੱਢ ਸਕਦੇ ਹਾਂ। ਨੈਕਸਟ ਜਿਹੜਾ ਟਾਈਪ ਹੈ ਉਹ ਹੈ ਡਿਸਕਸ਼ਨ ਐਸੇਜ਼। ਇਹਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਲੋਕਾਂ ਦੀ ਸੋਚ ਬਾਰੇ ਦੱਸਿਆ ਜਾਂਦਾ ਹੈ ਕਿ ਕਿਸੇ ਇੱਕ ਚੀਜ਼ ਨੂੰ ਲੈ ਕੇ ਦੋ ਅਲੱਗ ਤਰ੍ਹਾਂ ਦੇ ਲੋਕਾਂ ਦੀ ਕੀ ਸੋਚ ਹੈ। ਤੁਸੀਂ ਉਹਨੂੰ ਡਿਸਕਸ ਕਰਨਾ ਹੁੰਦਾ ਹੈ ਤੇ ਉਹਦੇ ਵਿੱਚ ਤੁਹਾਡਾ ਕੀ ਓਪੀਨੀਅਨ ਹੈ ਯਾਨੀ ਕਿ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਉਹ ਤੁਹਾਨੂੰ ਦੱਸਣਾ ਹੁੰਦਾ ਹੈ। ਜਿਵੇਂ ਕਿ ਅੱਜ ਕੱਲ੍ਹ ਹਰ ਕੋਈ ਇਨਸਾਨ ਬਾਹਰ ਜਾਣਾ ਚਾਹੁੰਦਾ ਹੈ, ਉੱਥੇ ਜਾ ਕੇ ਤਰੱਕੀ ਕਰਨਾ ਚਾਹੁੰਦਾ ਹੈ। ਹੁਣ ਇਹਦੇ ਵਿੱਚ ਵੀ ਦੋ ਤਰ੍ਹਾਂ ਦੇ ਲੋਕਾਂ ਦੀ ਅਲੱਗ-ਅਲੱਗ ਸੋਚ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਹਾਂ ਸਾਨੂੰ ਆਪਣੀ ਤਰੱਕੀ ਬਾਰੇ ਸੋਚਣਾ ਚਾਹੀਦਾ ਹੈ ਤੇ ਬਾਹਰ ਦੇ ਦੇਸ਼ਾਂ ਵਿੱਚ ਜਾ ਕੇ ਪੜ੍ਹਨਾ ਚਾਹੀਦਾ ਹੈ, ਜੌਬ ਕਰਨੀ ਚਾਹੀਦੀ ਹੈ। ਇਹਨੂੰ ਕਹਿੰਦੇ ਹੈ ਬ੍ਰੇਨ ਡਰੇਨ। ਤੇ ਕਈ ਲੋਕਾਂ ਨੂੰ ਲੱਗਦਾ ਹੈ ਕਿ ਨਹੀਂ ਸਾਨੂੰ ਆਪਣੇ ਦੇਸ਼ 'ਚ ਰਹਿ ਕੇ ਹੀ ਅੱਗੇ ਵਧਣਾ ਚਾਹੀਦਾ ਹੈ। ਤੇ ਤੁਹਾਨੂੰ ਇਸ ਤਰੀਕੇ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈ, some people think that it is better to move abroad for further studies and jobs and other people think that we should stay in our own country and prosper here. What is your view about it? ਇਹਦੇ ਵਿੱਚ ਤੁਹਾਨੂੰ ਕੁਐਸਚਨ ਦਿੱਤਾ ਹੋਏਗਾ, discuss both views and give your opinion। ਮਤਲਬ ਤੁਸੀਂ ਦੋਨਾਂ ਲੋਕਾਂ ਦੀ ਜਿਹੜੀ ਸੋਚ ਹੈ, ਦੋਨਾਂ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਸੋਚ ਹੈ ਉਹਨੂੰ ਡਿਸਕਸ ਕਰਨਾ ਹੈ ਕਿ ਜਿਹੜੇ ਲੋਕ ਸੋਚਦੇ ਨੇ ਕਿ ਬਾਹਰ ਜਾਣਾ ਵਧੀਆ ਹੈ ਆਪਣੇ ਕਰੀਅਰ ਲਈ ਤੇ ਜਿਹੜੇ ਲੋਕ ਸੋਚਦੇ ਨੇ ਨਹੀਂ ਆਪਣੇ ਦੇਸ਼ 'ਚ ਰਹਿ ਕੇ ਹੀ ਤਰੱਕੀ ਕਰਨਾ ਵਧੀਆ ਹੈ, ਤੁਸੀਂ ਉਹਨਾਂ ਦੋਨਾਂ ਬਾਰੇ ਲਿਖੋਗੇ। ਉਸ ਤੋਂ ਬਾਅਦ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਉਸ ਬਾਰੇ ਵੀ ਤੁਸੀਂ ਲਿਖਣਾ ਹੁੰਦਾ ਹੈ। ਅਗੇਨ ਇੰਟਰੋਡਕਸ਼ਨ, ਦੂਸਰੇ ਪੈਰਾਗ੍ਰਾਫ 'ਚ ਤੁਸੀਂ ਦੂਸਰੇ ਤਰੀਕੇ ਦੇ ਜਿਹੜੇ ਲੋਕ ਨੇ ਜੋ ਉਹਨਾਂ ਦੀ ਸੋਚ ਹੈ ਉਸ ਬਾਰੇ ਲਿਖੋਗੇ, ਉਹਨਾਂ ਦੀ ਇਹ ਸੋਚ ਕਿਉਂ ਹੈ, ਇਹਦੇ ਵਿੱਚ ਕੀ ਫਾਇਦੇ ਨੇ, ਕੀ ਨੁਕਸਾਨ ਨੇ ਤੇ ਅੰਤ ਵਿੱਚ ਕਨਕਲੂਜਨ 'ਚ ਤੁਸੀਂ ਲਿਖ ਸਕਦੇ ਹੋ ਕਿ ਤੁਸੀਂ ਕੀ ਸੋਚਦੇ ਹੋ ਇਸ ਬਾਰੇ। ਉਸੇ ਤਰੀਕੇ ਲਾਸਟ ਜਿਹੜੀ ਟਾਈਪ ਹੈ ਉਹ ਹੈ ਡਬਲ ਕੁਐਸਚਨ ਐਸੇਜ਼। ਡਬਲ ਕੁਐਸਚਨ ਐਸੇ 'ਚ ਤੁਹਾਨੂੰ ਇੱਕ ਸਟੇਟਮੈਂਟ ਦਿੱਤੀ ਗਈ ਹੁੰਦੀ ਹੈ ਤੇ ਉਸ ਤੋਂ ਰਿਲੇਟਡ ਦੋ ਕੁਐਸਚਨ ਪੁੱਛੇ ਹੁੰਦੇ ਹੈ। ਹੁਣ ਇਹ ਜਿਹੜੀ ਟਾਈਪ ਹੈ ਇਹਨੂੰ ਤੁਸੀਂ ਓਪੀਨੀਅਨ ਵਾਲੇ ਐਸੇ ਨਾਲ ਕਨਫਿਊਜ਼ ਨਹੀਂ ਕਰਨਾ ਹੈ। ਇਹਦੇ ਵਿੱਚ ਤੁਹਾਡਾ ਓਪੀਨੀਅਨ ਨਹੀਂ, ਤੁਹਾਨੂੰ ਦੋ ਕੁਐਸਚਨ ਜੋ ਕਿ ਬਿਲਕੁਲ ਅਲੱਗ ਕੁਐਸਚਨਸ ਹੋਣਗੇ ਉਹਨਾਂ ਦੇ ਜਵਾਬ ਦੇਣੇ ਹੁੰਦੇ ਨੇ। ਜਿਵੇਂ ਕਿ ਤੁਹਾਨੂੰ ਇੱਕ ਕੁਐਸਚਨ ਦਿੱਤਾ ਜਾ ਸਕਦਾ ਹੈ, ਸਕਸੈਸ ਇਜ਼ ਆਫਨ ਮੈਜ਼ਰਡ ਬਾਈ ਵੈਲਥ ਐਂਡ ਮਟੀਰੀਅਲ ਪੋਜੈਸ਼ਨਸ, ਜਿਹਦਾ ਕਿ ਮਤਲਬ ਹੈ ਜੋ ਕਿ ਸਫਲਤਾ ਹੈ ਉਹਨੂੰ ਜ਼ਿਆਦਾਤਰ ਲੋਕੀ ਪੈਸੇ ਤੇ ਉਹਨਾਂ ਕੋਲ ਜੋ ਚੀਜ਼ਾਂ ਨੇ, ਜੋ ਐਸੈਟਸ ਨੇ, ਦਿਖਾਵੇ ਦੀ ਚੀਜ਼ਾਂ ਨਾਲ ਨਾਪਿਆ ਜਾਂਦਾ ਹੈ। Do you think wealth is the best measure of success? ਇਹ ਹੋ ਗਿਆ ਪਹਿਲਾ ਕੁਐਸਚਨ। What makes a successful person? ਇਹ ਹੈ ਦੂਸਰਾ ਕੁਐਸਚਨ। ਇਹਦੇ ਵਿੱਚ ਤੁਹਾਨੂੰ ਦੋ ਕੁਐਸਚਨ ਦਿੱਤੇ ਗਏ ਨੇ ਤੇ ਤੁਹਾਨੂੰ ਦੋਨੋਂ ਕੁਐਸਚਨਾਂ ਦਾ ਆਨਸਰ ਦੇਣਾ ਹੁੰਦਾ ਹੈ। ਫੋਰ ਐਗਜ਼ਾਮਪਲ ਜਿਹੜਾ ਪਹਿਲਾ ਕੁਐਸਚਨ ਹੈ ਕਿ do you think wealth is the best measure of success? ਜੋ ਤੁਹਾਡੀ ਸੋਚ ਹੈ ਇਸ ਬਾਰੇ ਕਿ ਕੀ ਸਫਲਤਾ ਜਿਹੜੀ ਹੈ ਉਹ ਪੈਸਿਆਂ ਨਾਲ, ਜਿੰਨਾ ਤੁਹਾਡੇ ਕੋਲ ਅਸੈਟਸ ਨੇ, ਜੋ ਤੁਹਾਡੇ ਕੋਲ ਚੀਜ਼ਾਂ ਨੇ ਉਹਨਾਂ ਨਾਲ ਨਾਪਿਆ ਜਾਂਦੀਆਂ ਨੇ ਜਾਂ ਨਹੀਂ, ਜੋ ਤੁਹਾਡੀ ਸੋਚ ਹੈ ਉਸ ਬਾਰੇ ਤੁਸੀਂ ਉਹਦੇ ਵਿੱਚ ਲਿਖ ਸਕਦੇ ਹੋ ਤੇ ਤੁਸੀਂ ਉਹਦੇ ਐਗਜ਼ਾਮਪਲ ਵੀ ਦੇ ਸਕਦੇ ਹੋ। ਨਾਲੇ ਹੀ ਜਿਹੜਾ ਅਗਲਾ ਕੁਐਸਚਨ ਹੈ
ਜੋ ਕਿ ਹੈ what makes a successful person। ਇਹਦਾ ਮਤਲਬ ਹੈ ਕਿ ਤੁਹਾਡੇ ਹਿਸਾਬ ਨਾਲ ਇੱਕ ਜੋ ਇਨਸਾਨ ਹੈ ਉਹਨੂੰ ਸਫਲ ਕਦੋਂ ਮੰਨਿਆ ਜਾਂਦਾ ਹੈ। ਤੁਸੀਂ ਉਸ ਬਾਰੇ ਜੋ ਵੀ ਲਿਖਣਾ ਚਾਹੁੰਦੇ ਹੋ। ਕਈ ਲੋਕਾਂ ਨੂੰ ਲੱਗਦਾ ਹੈ ਕਿ ਸਫਲਤਾ ਤੁਸੀਂ ਪੈਸਿਆਂ ਨਾਲ ਨਾਪਦੇ ਹੋ, ਪਰ ਕੁਝ ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਤੁਹਾਡਾ ਕਿੰਨਾ ਸਤਿਕਾਰ ਹੈ, ਤੁਹਾਡਾ ਲੋਕਾਂ ਨਾਲ ਕਿੰਨਾ ਪਿਆਰ ਹੈ, ਉਹਦੇ ਨਾਲ ਪਤਾ ਲੱਗਦਾ ਹੈ ਕਿ ਤੁਸੀਂ ਕਿੰਨੇ ਸਫਲ ਹੋ। ਤੁਹਾਡੀ ਜੋ ਸੋਚ ਹੈ ਇਸ ਬਾਰੇ ਤੁਸੀਂ ਅਗਲੇ ਪੈਰਾਗ੍ਰਾਫ 'ਚ ਲਿਖਦੇ ਹੋ ਤੇ ਉਸ ਤੋਂ ਬਾਅਦ ਉਹ ਦੋਨਾਂ ਦਾ ਕਨਕਲੂਜਨ ਲਿਖਦੇ ਹੋ। ਇਹ ਦੋਨੋਂ ਕੁਐਸਚਨਸ ਬਿਲਕੁਲ ਅਲੱਗ ਹੁੰਦੇ ਨੇ ਤੇ ਤੁਹਾਨੂੰ ਇਹਦੇ ਵਿੱਚ ਦੋਨੋਂ ਕੁਐਸਚਨਸ ਨੂੰ ਡਿਸਕਸ ਕਰਨਾ ਹੁੰਦਾ ਹੈ। ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇੱਕ ਐਗਜ਼ਾਮਪਲ ਜੋ ਕਿ ਹੈ ਰਾਈਟਿੰਗ ਮੋਡਿਊਲ ਤੋਂ ਰਿਲੇਟਡ। ਅੱਜ ਅਸੀਂ ਰਾਈਟਿੰਗ ਮੋਡਿਊਲ ਦੇ ਕੀ ਟਾਈਪਸ ਨੇ, ਕਿੱਦਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ, ਉਸ ਬਾਰੇ ਡਿਸਕਸ ਕੀਤਾ। ਜੇ ਤੁਸੀਂ ਕੁਝ ਵੀ ਰਾਈਟਿੰਗ ਮੋਡਿਊਲ ਤੋਂ ਰਿਲੇਟਡ ਪੁੱਛਣਾ ਚਾਹੁੰਦੇ ਹੋ ਥੱਲੇ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ। ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤੇ ਉਹਨੂੰ ਲਾਈਕ ਕਰੋ ਤੇ ਸ਼ੇਅਰ ਕਰੋ। ਤੇ ਜੇ ਤੁਸੀਂ ਇਦਾਂ ਦੀ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤੇ ਸਾਡਾ ਚੈਨਲ ਗੋ ਟੂ ਪੰਜਾਬ ਉਹਨੂੰ ਸਬਸਕ੍ਰਾਈਬ ਕਰੋ। ਅੱਜ ਲਈ ਇੰਨਾ ਹੀ, ਧੰਨਵਾਦ।